ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ। ਗੁਜਰੀ ਮਹਿਲਾ ਪੰਜਵਾ। ਤੀਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਖ ਬਿਨਸੇ ਸੁਖ ਕੀਆ ਨਿਵਾਸਾ। ਤ੍ਰਿਸ਼ਨਾ ਜਲਨ ਬੁਝਾਈ। ਨਾਮ ਨਿਧਾਨ ਸਤਿਗੁਰ ਦ੍ਰਿੜਾਇਆ। ਬਿਨਸ ਨਇਆ ਵਹਿ ਜਾਈ। ਦੁਖ ਬਿਨਸੇ ਸੁਖ ਕੀਆ ਨਿਵਾਸਾ। ਤ੍ਰਿਸ਼ਨਾ ਜਲਨ ਬੁਝਾਈ। ਨਾਮ ਨਿਧਾਨ ਸਤਿਗੁਰ ਦ੍ਰਿੜਾਇਆ। ਬਿਨਸ ਨਇਆ ਵਹਿ ਜਾਈ। ਹਰ ਜਪ ਮਾਇਆ ਬੰਧਨ ਟੁੱਟੇ। ਭਈ ਕਿਰਪਾਲ ਦਿਆਲ ਪ੍ਰਭ ਮੇਰੇ। ਸਾਧ ਸੰਗਤ ਮਿਲ ਛੁਟੀ ਰਹਾ। ਆਠ ਪਹਿਰ ਹਰ ਕੀ ਗੁਣ ਗਾਵੇ। ਭਗਤ ਪ੍ਰੇਮ ਰਸ ਮਤਾ। ਹਰਖ ਸੋਗ ਦੋਹੁ ਮਾਹੀ ਨਿਰਲਾ। ਕਰਨੈ ਹਰ ਪਛਾਤਾ। ਜਿਸ ਕਾ ਸਾਥ ਨਹੀਂ ਰਖ ਲਿਆ। ਸਗਲ ਜੁਗਤ ਬਨਿਆਈ। ਕਹੋ ਨਾਨਕ ਪ੍ਰਭ ਪੁਰਖ ਦਿਆਲਾ। ਕੀਮਤ ਕਹਿ ਨ ਜਾਈ। ਜਿਸ ਕਾ ਸਾਥ ਨਹੀਂ ਰਖ ਲਿਆ। ਸਗਲ ਜੁਗਤ ਬਨਿਆਈ। ਕਹੋ ਨਾਨਕ ਪ੍ਰਭ ਪੁਰਖ ਦਿਆਲਾ। ਕੀਮਤ ਕਹਿ ਨ ਜਾਈ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਤ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਜੀਵਨ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਪਿਆਰ ਵਾਲਿਓ, ਕੁਝ ਸਮੇਂ ਦੇ ਲਈ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਬੜੇ ਹੀ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ
ਗੁਜਰੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 497 ਅਤੇ 98 ਉੱਪਰ ਸਭਾਇਮਨ ਹੈ। ਪਿਆਰ ਵਾਲਿਓ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਬਖਸ਼ਿਸ਼ ਹੋਈ, ਪਾਵਨ ਹੁਕਮਨਾਮੇ ਦੇ ਤੌਰ ਤੇ ਬਖਸ਼ਿਸ਼ ਹੋਇਆ। ਆਓ ਸਮਝਣ ਦੀ ਕੋਸ਼ਿਸ਼ ਕਰੀਏ ਵੀ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਸ ਪਾਵਨ ਸ਼ਬਦ ਦੇ ਅੰਦਰ ਕੀ ਸਮਝਾਉਣ ਦਾ ਯਤਨ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਕਿ हे ਭਾਈ, ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਉਹ ਪ੍ਰਮਾਤਮਾ ਅਕਾਲ ਪੁਰਖ ਆ ਪ੍ਰਗਟ ਹੋਇਆ, ਜਿਸ ਮਨੁੱਖ ਦੇ ਉੱਤੇ ਗੁਰੂ ਦੀ ਰਹਿਮਤ ਹੋ ਗਈ, ਬਖਸ਼ਿਸ਼ ਹੋ ਗਈ, ਫਿਰ ਉਸ ਮਨੁੱਖ ਦੇ ਅੰਦਰੋਂ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਇਹ ਤ੍ਰਿਸ਼ਨਾ ਦੀ ਜੋ ਅੱਗ ਹੈ ਵੀ ਇਹ ਖਤਮ ਹੋ ਜਾਂਦੀ ਹੈ, ਬੁਝ ਜਾਂਦੀ ਹੈ। ਇਹ ਤ੍ਰਿਸ਼ਨਾ ਦੀ ਅੱਗ ਤੇ ਇੱਕ ਤ੍ਰਿਸ਼ਨਾ ਹੀ ਇੱਕ ਇਹੋ ਜਿਹੀ ਚੀਜ਼ ਹੈ ਵੀ ਜਿਸ ਦੇ ਕਰਕੇ ਮਨੁੱਖ ਦੁਖੀ ਹੁੰਦਾ ਹੈ ਤੇ ਜਿਸ ਦੇ ਕਰਕੇ ਹੀ ਮਨੁੱਖ ਵਾਰ-ਵਾਰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ। ਇਹ ਤ੍ਰਿਸ਼ਨਾ ਇੱਕ ਇਹੋ ਜਿਹੀ ਚੀਜ਼ ਜੋ ਮਨੁੱਖ ਨੂੰ ਸਦਾ ਦੁਖੀ ਕਰਦੀ ਹੈ। ਸਦਾ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਦੁੱਖ ਬਿਨਸੀ ਸੁਖ ਕੀਆ ਨਿਵਾਸਾ, ਤ੍ਰਿਸ਼ਨਾ ਜਲਨ ਬੁਝਾਈ। ਵੀ ਸਤਿਗੁਰਾਂ ਦੀ ਇਹੋ ਜਿਹੀ ਰਹਿਮਤ ਬਖਸ਼ਿਸ਼ ਹੋਈ, ਕਿਰਪਾ ਹੋਈ ਵੀ ਜ਼ਿੰਦਗੀ ਦੇ ਅੰਦਰ ਇਹ ਜਿਹੜੇ ਦੁੱਖ ਸਨ ਵੀ ਇਹਨਾਂ ਦੁੱਖਾਂ ਦਾ ਨਾਸ਼ ਹੋ ਗਿਆ ਤੇ ਸੁੱਖਾਂ ਨੇ ਹੁਣ ਘਰ ਦੇ ਵਿੱਚ ਆ ਕੇ ਨਿਵਾਸ ਕਰ ਲਿਆ, ਭਾਵ ਰਹਿਣਾ ਸ਼ੁਰੂ ਕਰ ਦਿੱਤਾ। ਕਿਹਦੇ ਕਰਕੇ? ਤ੍ਰਿਸ਼ਨਾ ਜਲਨ ਬੁਝਾਈ। ਤੇ ਮਨੁੱਖ ਦੇ ਹਿਰਦੇ ਦੇ ਅੰਦਰ, ਜੋ ਮਨ ਦੇ ਅੰਦਰ ਇਹ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ, ਤ੍ਰਿਸ਼ਨਾ ਕਿ ਦੂਸਰੇ ਦੀ ਚੀਜ਼ ਨੂੰ ਵੀ ਆਪਣੀ ਬਣਾ ਲਵਾਂ। ਲਾਲਚ ਹੈ ਨਾ ਮਨੁੱਖ ਦੇ ਮਨ ਦੇ ਅੰਦਰ। ਮਨੁੱਖ ਸੋਚਦਾ ਵੀ ਮੇਰੀ ਤੇ ਚੀਜ਼ ਹੈ ਹੀ ਹੈ, ਵੀ ਇਹ ਚੀਜ਼ ਮੇਰੇ ਕੋਲ ਤੇ ਹੈ ਹੀ ਹੈ, ਵੀ ਦੂਸਰੇ ਦੇ ਕੋਲ ਵੀ ਮੇਰੀ ਇਹ ਚੀਜ਼ ਨਾ ਹੋਵੇ, ਦੂਸਰੇ ਦੇ ਕੋਲ ਵੀ ਉਹਦੇ ਕੋਲ ਵੀ ਜੇਕਰ ਕੋਈ ਚੀਜ਼ ਆ ਵੀ ਉਹਨੂੰ ਮੈਂ ਆਪਣੀ ਬਣਾ ਲਵਾਂ। ਫਿਰ ਮਨੁੱਖ ਬੜੇ ਯਤਨ ਕਰਦਾ ਆ, ਧੋਖਾ ਵੀ ਕਰਦਾ, ਠੱਗੀ ਵੀ ਮਾਰਦਾ, ਲਾਲਚ ਵੀ ਕਰਦਾ, ਝੂਠ ਵੀ ਬੋਲਦਾ, ਫਰੇਬ ਵੀ ਕਰਦਾ, ਬੜੇ ਯਤਨ ਕਰਦਾ, ਬੜੀ ਕੋਸ਼ਿਸ਼ ਕਰਦਾ ਆ। ਮਨੁੱਖ ਸੋਚਦਾ ਵੀ ਕੋਈ ਨਾ ਕੋਈ ਇਹੋ ਜਿਹਾ ਢੰਗ ਤਰੀਕਾ ਅਪਣਾਵਾਂ, ਕੋਈ ਯਤਨ ਕਰਾਂ ਵੀ ਜਿਹਦੇ ਨਾਲ ਇਹ ਚੀਜ਼ ਮੇਰੀ ਹੋ ਜਾਵੇ, ਕਿਤੇ ਮਨ ਨੂੰ ਟਿਕਾਓ ਆ ਜਾਵੇ। ਪਰ ਮਨ ਦੇ ਅੰਦਰ ਇਹ ਲਾਲਚ ਦੀ ਜਿਹੜੀ ਬਿਰਤੀ ਹੈ ਵੀ ਇਹ ਤ੍ਰਿਸ਼ਨਾ ਦੀ ਅੱਗ ਸਗੋਂ ਬਲਦੀ ਹੈ, ਬੁਝਦੀ ਨਹੀਂ ਹੈ। ਮਨੁੱਖ ਇਸ ਮਨ ਨੂੰ ਟਿਕਾਉਣ ਦੇ ਲਈ, ਇਸ ਮਨ ਨੂੰ ਠਹਿਰਾਉਣ ਦੇ ਲਈ ਬੜੇ ਯਤਨ ਕਰਦਾ, ਬਹੁਤ ਯਤਨ ਕਰਦਾ ਹੈ। ਸੋਚਦਾ ਕਿ ਸ਼ਾਇਦ ਮੈਂ ਹੁਣ ਠੱਗੀ ਮਾਰ ਲਵਾਂਗਾ, ਮੇਰੀ ਤ੍ਰਿਪਤੀ ਹੋ ਜਾਵੇਗੀ। ਮਨੁੱਖ ਸੋਚਦਾ ਵੀ ਹੁਣ ਮੈਂ ਲਾਲਚ ਕਰ ਲਵਾਂਗਾ, ਹੁਣ ਫਲਾਣੇ ਨੂੰ ਧੋਖਾ ਦੇ ਦੇਵਾਂਗਾ, ਸ਼ਾਇਦ ਮੇਰਾ ਮਨ ਟਿਕ ਜਾਵੇ। ਪਰ ਅਸਲ ਦੇ ਵਿੱਚ ਜਿਹੜਾ ਮਨ ਟਿਕਣਾ ਸੀ ਗੁਰੂ ਦੇ ਨਾਮ ਦੇ ਨਾਲ, ਪਰਮਾਤਮਾ ਦੇ ਸਿਮਰਨ ਦੇ ਨਾਲ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਹੁਣ ਜਿਹਦੇ ਉੱਤੇ ਗੁਰੂ ਦਇਆਵਾਨ ਹੋ ਗਿਆ, ਗੁਰੂ ਦੀ ਰਹਿਮਤ ਹੋ ਗਈ, ਗੁਰੂ ਦੀ ਬਖਸ਼ਿਸ਼ ਹੋਈ ਹੈ, ਫਿਰ ਉਹਦੀ ਜ਼ਿੰਦਗੀ ਦੇ ਅੰਦਰੋਂ ਦੁੱਖ ਬਿਨਸੇ ਸੁਖ ਕੀਆ ਨਿਵਾਸਾ, ਵੀ ਉਹਦੇ ਹਿਰਦੇ ਰੂਪੀ ਘਰ ਦੇ ਅੰਦਰੋਂ ਇਹ ਦੁੱਖ ਜਿਹੜੇ ਭੱਜ ਗਏ, ਭਗੌੜੇ ਹੋ ਗਏ।
ਤੇ ਸੁਖ ਕੀਆ ਨਿਵਾਸਾ, ਤੇ ਸੁੱਖਾਂ ਦਾ ਨਿਵਾਸ ਹੋ ਗਿਆ। ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਵੀ ਪੜ੍ਹਦੇ ਆ ਨਾ, ਤੇ ਸੁਣਿਆ ਦੀਆਂ ਜਿਹੜੀਆਂ 4 ਪੌੜੀਆਂ ਹੁੰਦੀਆਂ ਨੇ ਸੁਣਨ ਦੀ ਗੱਲ, ਜਿਹਦੇ ਵਿੱਚ ਸਤਿਗੁਰਾਂ ਨੇ ਸੁਣਨ ਦੀ ਗੱਲ ਕੀਤੀ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲੀ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪਹੁ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਕਹਿੰਦੇ ਹੀ ਨਾਨਕ, ਜੋ ਪ੍ਰਮਾਤਮਾ ਦੇ ਭਗਤ ਨੇ, ਪ੍ਰਮਾਤਮਾ ਦੇ ਸੇਵਕ ਨੇ, ਵੀ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਦਾ ਖੇੜਾ ਬਣਿਆ ਰਹਿੰਦਾ, ਸਦਾ ਦੇ ਲਈ ਆਨੰਦ ਬਣਿਆ ਰਹਿੰਦਾ ਹੈ। ਕਿਉਂ? ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣ ਕੇ, ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਸੁਣ ਕੇ ਦੁੱਖ ਪਾਪ ਦਾ ਨਾਸ਼ ਕੀ ਕਰ ਲਿਆ? ਵੀ ਇਹਨਾਂ ਦੁੱਖਾਂ ਦਾ, ਇਹਨਾਂ ਪਾਪਾਂ ਦਾ ਨਾਸ਼ ਕਰ ਲਿਆ ਹੈ। ਮਨੁੱਖ ਦੁਖੀ ਇਹਨਾਂ ਪਾਪਾਂ ਦੇ ਕਰਕੇ ਹੁੰਦਾ ਹੈ, ਵੀ ਇਹਨਾਂ ਦੁੱਖਾਂ ਦੇ ਕਰਕੇ ਮਨੁੱਖ ਦੁਖੀ ਹੁੰਦਾ ਹੈ, ਵਿਚਾਰਾਂ ਦੇ ਕਰਕੇ। ਵੀ ਜਦੋਂ ਮਨ ਦੇ ਅੰਦਰ ਵਿਚਾਰ ਹੀ ਨਾ ਪੈਦਾ ਹੋਣਗੇ, ਵੀ ਪ੍ਰਗਟ ਹੋਣਗੇ ਵੀ ਮਾੜੇ ਵਿਚਾਰ, ਤੇ ਮਨੁੱਖ ਦੁਖੀ ਕਿੱਥੋਂ ਹੋਵੇਗਾ? ਫਿਰ ਭਾਵੇਂ ਸਾਰੀ ਜਿਹੜੀ ਦੁਨੀਆ ਹੈ ਉਹ ਦੁਖੀ ਕਰਨ ਦਾ ਯਤਨ ਕਰਦਾ ਰਹੇ, ਯਤਨ ਕਰਦੀ ਰਹੇ ਸਾਰੀ ਦੁਨੀਆ, ਸਾਰਾ ਸੰਸਾਰ, ਮਨੁੱਖ ਫਿਰ ਵੀ ਦੁਖੀ ਨਹੀਂ ਹੋ ਸਕਦਾ। ਮਨੁੱਖ ਆਪਣੇ ਕਰਕੇ ਸੁਖੀ ਹੈ ਤੇ ਆਪਣੇ ਕਰਕੇ ਦੁਖੀ ਹੈ। ਮਨੁੱਖ ਖੁਸ਼ ਰਹਿਣਾ ਚਾਹੁੰਦਾ, ਵੀ ਸੁਖੀ ਰਹਿਣਾ ਚਾਹੁੰਦਾ ਆ, ਵੀ ਉਹ ਸਦਾ ਸੁਖੀ ਰਹਿ ਸਕਦਾ ਆ ਆਪਣੇ ਮਨ ਦੇ ਤੌਰ ਤੇ ਜੇਕਰ ਕੋਈ ਮਨੁੱਖ ਇਹ ਮਨ ਦੇ ਅੰਦਰ ਵਿਚਾਰ ਕਰ ਲਵੇ ਵੀ ਮੈਂ ਸਦਾ ਦੁਖੀ ਰਹਿਣਾ, ਫਿਰ ਮਨੁੱਖ ਭਾਵੇਂ ਜਿੰਨਾ ਮਰਜ਼ੀ ਯਤਨ ਕਰਦੇ ਰਹਿਣ, ਆਲੇ ਦੁਆਲੇ ਦੇ ਲੋਕ, ਘਰ ਦੇ ਪਰਿਵਾਰ ਦੇ ਮੈਂਬਰ, ਸੱਜਣ ਮਿੱਤਰ, ਸਾਕ ਸੰਬੰਧੀ, ਰਿਸ਼ਤੇਦਾਰ, ਮਨੁੱਖ ਜਿੰਨੇ ਮਰਜ਼ੀ ਯਤਨ ਕਰਦੇ ਰਹਿਣ, ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ ਰਹਿਣ, ਉਹ ਮਨੁੱਖ ਕਦੇ ਵੀ ਖੁਸ਼ ਨਹੀਂ ਰਹਿ ਸਕਦਾ, ਕਦੇ ਵੀ ਸੁਖੀ ਨਹੀਂ ਰਹਿ ਸਕਦਾ, ਕਿਉਂਕਿ ਉਹਨੇ ਮਨ ਦੇ ਅੰਦਰ ਇਹ ਗੱਲ ਨੂੰ ਪੱਕਾ ਕਰ ਲਿਆ ਵੀ ਮੈਂ ਦੁਖੀ ਰਹਿਣਾ ਹੈ। ਤੇ ਕਈ ਵਾਰੀ ਆਪਾਂ ਵੇਖਦੇ ਹਾਂ ਵੀ ਘਰ ਦੇ ਅੰਦਰ ਕੋਈ ਇਹੋ ਜਿਹੀ ਘਟਨਾ ਵੀ ਵਾਪਰ ਜਾਂਦੀ ਹੈ, ਪਰ ਮਨੁੱਖ ਫਿਰ ਵੀ ਦੁਖੀ ਨਹੀਂ ਹੁੰਦਾ, ਸੁਖੀ ਹੁੰਦਾ ਹੈ। ਕਿਉਂ? ਉਹਨੇ ਆਪਣੇ ਮਨ ਨੂੰ ਪੱਕਾ ਕਰ ਲਿਆ, ਮਨ ਦੇ ਉੱਤੇ ਪ੍ਰਭਾਵ ਨਹੀਂ ਪੈਣ ਦਿੱਤਾ। ਨਿੱਕੀ ਜਿਹੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ। 2 ਸਾਧੂ ਫਕੀਰ ਵੀ ਸੋਚਿਆ ਵੀ ਜੰਗਲ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਈਏ। ਜੰਗਲ ਦੇ ਵਿੱਚ ਚਲੇ ਗਏ, ਜਾ ਕੇ ਇੱਕ ਝੋਪੜੀ ਬਣਾਈ, ਵੀ ਉਹਦੇ ਅੰਦਰ ਬਸਰ ਕਰਨਾ ਸ਼ੁਰੂ ਕਰ ਦਿੱਤਾ, ਰਹਿਣਾ ਸ਼ੁਰੂ ਕਰ ਦਿੱਤਾ। ਵੀ ਸਵੇਰੇ ਜਾਣਾ, ਨੇੜੇ ਨਗਰ ਦੇ ਵਿੱਚ ਜਾਣਾ ਕਰਨਾ, ਉੱਥੋਂ ਮੰਗ ਕੇ, ਭਿੱਖਿਆ ਮੰਗ ਕੇ ਲੈ ਆਉਣੀ ਕਰਨੀ। ਕੁਝ ਦਿਨ ਲੰਘਦੇ ਗਏ, ਸਮਾਂ ਵੀ ਲੰਘਦਾ ਗਿਆ। ਹੁਣ ਮਨੁੱਖ ਦੇ ਮਨ ਦੀ ਸਮਝ ਹੈ, ਆਪਣੇ ਮਨ ਦੀ ਸਮਝ, ਮਨੁੱਖ ਦੀ ਮਤ ਆ ਵੀ ਜੇ ਉਹ ਸੁਖੀ ਰਹਿਣਾ ਵੀ ਸੁਖੀ ਰਹਿ ਸਕਦਾ ਆ, ਜੇ ਉਹ ਦੁਖੀ ਰਹਿਣਾ ਚਾਹੁੰਦਾ ਤਾਂ ਦੁਖੀ ਹੋ ਸਕਦਾ ਆ। ਕੋਈ ਕਿਸੇ ਨੂੰ ਸੁਖੀ ਨਹੀਂ ਕਰਦਾ, ਕੋਈ ਕਿਸੇ ਨੂੰ ਦੁਖੀ ਨਹੀਂ ਕਰਦਾ। ਬੰਦਾ ਇਹ ਆਖਦਾ ਨਾ ਮੈਂ ਫਲਾਣੇ ਬੰਦੇ ਦੇ ਕਰਕੇ ਦੁਖੀ ਆ, ਪਰੇਸ਼ਾਨ ਆ, ਨਹੀਂ। ਮਨੁੱਖ ਦੀ ਮਤ ਆ, ਆਪਣੀ ਸਮਝ ਆ। ਉਹਨੇ ਆਪਣਾ ਸਭ ਕੁਝ ਅਗਲੇ ਨੂੰ ਦੇ ਦਿੱਤਾ, ਵੀ ਅਗਲੇ ਨੂੰ ਵੇਚ ਦਿੱਤਾ, ਵੀ ਭਾਈ ਆ ਤੇਰੇ ਕੋਲ ਆ, ਵੀ ਹੁਣ ਤੂੰ ਭਾਵੇਂ ਦੁਖੀ ਕਰ ਭਾਵੇਂ ਸੁਖੀ ਕਰ। ਹੁਣ ਉਹ ਫਕੀਰ, ਸਾਧੂ ਫਕੀਰ ਵੀ ਕੀ ਕਰਨ, ਵੀ ਸਵੇਰੇ ਜਾਇਆ ਕਰਨ, ਵੀ ਭਿੱਖਿਆ ਮੰਗ ਕੇ ਆ ਜਾਣ ਕਰਨ, ਵੀ ਆ ਕੇ ਕੀ ਕਰਨ, ਵੀ ਜਪ ਤਪ ਜੋ ਵੀ ਭਗਤੀ ਸਿਮਰਨ ਕਰਿਆ ਕਰਨ। ਕੁਝ ਦਿਨ ਲੰਘਦੇ ਗਏ, ਸਮਾਂ ਬੀਤਦਾ ਗਿਆ। ਵੀ ਜਿਵੇਂ ਇੱਕ ਦਿਨ ਅਜਿਹਾ ਹੋਇਆ ਵੀ ਹਨੇਰੀ ਆਈ, ਇੰਨਾ ਝੱਖੜ ਤੇਜ਼ ਹਨੇਰੀ ਆਇਆ ਵੀ ਹਨੇਰੀ ਆਉਣ ਦੇ ਨਾਲ ਵੀ ਉਹ ਜਿਹੜੀ ਝੋਪੜੀ ਸੀ ਨਾ, ਝੋਪੜੀ ਦੀ ਅੱਧੀ ਜਿਹੜੀ ਛੱਤ ਉੱਡ ਗਈ, ਅੱਧੀ ਛੱਤ। ਹੁਣ ਇੱਕ ਜਿਹੜਾ ਸਾਧੂ ਆਇਆ, ਫਕੀਰ ਆਇਆ, ਵੀ ਉਹ ਨਗਰ ਦੇ ਵਿੱਚੋਂ ਜਿਵੇਂ ਮੰਗ ਕੇ ਵਾਪਸ ਆਇਆ, ਤੇ ਆ ਕੇ ਵੇਖਿਆ ਵੀ ਭਾਈ ਇਸ ਝੋਪੜੀ ਦੇ ਉੱਤੇ ਅੱਧੀ ਛੱਤ ਨਹੀਂ ਹੈ। ਬੜਾ ਦੁਖੀ ਹੋਣ ਲੱਗਿਆ।
ਵੀ ਬੜਾ ਬੁਰਾ ਭਲਾ ਕਹਿਣ ਲੱਗਾ, ਵੀ ਰੱਬ ਨੂੰ ਆਖਣ ਲੱਗਾ ਵੀ ਅਸੀਂ ਤੇ ਤੇਰੇ ਭਗਤ ਆ, ਵੀ ਤੂੰ ਤੇ ਸੁਣਿਆ ਵੀ ਭਗਤਾਂ ਨੂੰ ਕਦੇ ਦੁੱਖ ਨਹੀਂ ਹੋਣ ਦਿੰਦਾ, ਆਪਣੇ ਸੇਵਕਾਂ ਨੂੰ ਕਦੇ ਦੁੱਖ ਨਹੀਂ ਹੋਣ ਦਿੰਦਾ। ਅਸੀਂ ਤੇ ਤੇਰੀ ਭਗਤੀ ਕਰਦੇ ਆਂ, ਵੀ ਤੇਰਾ ਸਿਮਰਨ ਕਰਦੇ ਆਂ, ਤੇਰਾ ਨਾਮ ਜਪਦੇ ਆਂ, ਵੀ ਪਰ ਫਿਰ ਵੀ ਸਾਡੇ ਤੇ ਦੁੱਖ। ਵੀ ਇਸ ਨਗਰ ਦੇ ਵਿੱਚ ਹੋਰ ਕਿੰਨੇ ਘਰ ਸਨ, ਕਿੰਨੀਆਂ ਝੋਪੜੀਆਂ ਸਨ, ਵੀ ਜੇਕਰ ਤੂੰ ਚਾਹੁੰਦਾ ਵੀ ਸਾਡੀ ਹੀ ਝੋਪੜੀ ਨੂੰ ਕਿਉਂ ਡਾਇਆ ਉਤੋਂ ਛੱਤ ਨੂੰ, ਵੀ ਜੇਕਰ ਤੂੰ ਚਾਹੁੰਦਾ ਵੀ ਹੋਰ ਕਿਸੇ ਦੀ ਛੱਤ ਨੂੰ ਉਡਾ ਸਕਦਾ ਸੀ। ਮਨੁੱਖ ਦੇ ਬਚਨ ਹੁੰਦੇ ਨਾ, ਵੀ ਜੇਕਰ ਦੁੱਖ ਆ ਜਾਵੇ ਨਾ, ਘਰ ਦੇ ਵਿੱਚ ਦੁੱਖ ਆਵੇ, ਤੇ ਮਨੁੱਖ ਇਹ ਗੱਲ ਆਖਦਾ ਵੀ ਐਡਾ ਵੱਡਾ ਨਗਰ, ਐਡਾ ਵੱਡਾ ਸੰਸਾਰ, ਵੀ ਇਸ ਸੰਸਾਰ ਦੇ ਅੰਦਰ ਤੂੰ ਹੋਰ ਕਿਸੇ ਨੂੰ ਦੁੱਖ ਨਹੀਂ ਸਹਿ ਦੇ ਸਕਦਾ, ਮੈਨੂੰ ਹੀ ਦੇਣੇ ਸਨ, ਵੀ ਮੈਂ ਹੀ ਲੱਭਾ ਸਾਂ। ਪਰ ਭਗਤ ਫਰੀਦ ਸਾਹਿਬ ਜੀ ਦੇ ਇੱਥੋਂ ਤੱਕ ਇਹ ਗੱਲ ਕਹਿੰਦੇ ਨੇ, ਕਹਿੰਦਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਕਹਿੰਦੇ ਹੀ ਫਰੀਦ ਵੀ ਮੈਂ ਤੇ ਸੋਚਿਆ ਵੀ ਸ਼ਾਇਦ ਦੁੱਖ ਮੈਨੂੰ ਹੀ ਹੈ, ਵੀ ਮੈਂ ਹੀ ਦੁਖੀ ਹਾਂ, ਵੀ ਇਸ ਸੰਸਾਰ ਦੇ ਅੰਦਰ ਜੇਕਰ ਦੁੱਖ ਨੇ ਉਹ ਕੇਵਲ ਮੈਨੂੰ ਹੀ ਨੇ। ਕਹਿੰਦੇ ਪਰ ਬਾਅਦ ਦੇ ਵਿੱਚ ਇਸ ਗੱਲ ਦਾ ਪਤਾ ਲੱਗਾ, ਵੀ ਇਸ ਗੱਲ ਦੀ ਜਾਣਕਾਰੀ ਹੋਈ ਵੀ ਘਰ ਘਰ ਇਹ ਅੱਗ, ਤੇ ਇਹ ਤੇ ਹਰੇਕ ਘਰ ਦੀ ਗੱਲ ਆ, ਵੀ ਹਰੇਕ ਘਰ ਦੇ ਵਿੱਚ ਦੁਖੀ ਨੇ। ਨਾਨਕ ਦੁਖੀ ਹੈ ਸਭ ਸੰਸਾਰ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਇਹ ਜਿੰਨਾ ਜਗਤ ਹੈ ਨਾ, ਇਹ ਕਿਸੇ ਨਾ ਕਿਸੇ ਕਰਕੇ ਦੁਖੀ ਹੈ, ਕਿਸੇ ਨਾ ਕਿਸੇ ਕੰਮ ਕਰਕੇ। ਇਹਨਾਂ ਦੁੱਖਾਂ ਦਾ ਕਾਰਨ ਵੀ ਜੇਕਰ ਹੈ ਤੇ ਇਹ ਪੰਜ ਵਿਕਾਰ, ਜਾਂ ਤੇ ਮੋਹ ਹੋਵੇਗਾ, ਜਾਂ ਗੁੱਸਾ ਹੋਵੇਗਾ, ਜਾਂ ਬੰਦੇ ਦੇ ਅੰਦਰ ਹੰਕਾਰ ਹੋਵੇਗਾ, ਜਾਂ ਲੋਭ ਹੋਵੇਗਾ, ਜਾਂ ਕਾਮ ਹੋਵੇਗਾ। ਇਹ ਪੰਜ ਵਿਕਾਰ ਹੀ ਨੇ ਜਿਹਦੇ ਕਰਕੇ ਘਰ ਦੇ ਵਿੱਚ, ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ, ਦੇਸ਼ ਦੇ ਵਿੱਚ ਝਗੜੇ ਹੋਣਗੇ। ਇਹਨਾਂ ਪੰਜਾਂ ਵਿਕਾਰਾਂ ਦੇ ਅਧੀਨ ਹੀ, ਇਹਨਾਂ ਪੰਜਾਂ ਵਿਕਾਰਾਂ ਦੇ ਵਸ ਦੇ ਵਿੱਚ ਆ ਕੇ। ਤੇ ਭਗਤ ਫਰੀਦ ਸਾਹਿਬ ਜੀ ਆਖਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਕਹਿੰਦੇ ਕੇਵਲ ਮੈਂ ਇਹ ਸੋਚਿਆ ਸੀ ਵੀ ਸ਼ਾਇਦ ਰੱਬ ਨੇ ਦੁੱਖ ਕੇਵਲ ਮੈਨੂੰ ਦਿੱਤਾ ਆ। ਕਹਿੰਦੇ ਪਰ ਜਦੋਂ ਥੋੜੀ ਜੀ ਸਮਝ ਆਈ ਨਾ, ਥੋੜਾ ਜਿਹਾ ਗਿਆਨ ਆਇਆ, ਵੀ ਫਿਰ ਮੈਨੂੰ ਪਤਾ ਲੱਗਾ ਵੀ ਦੁੱਖ ਸਬਾਇਆ ਜਗ, ਵੀ ਇਹ ਜਿੰਨਾ ਜਗਤ ਆ, ਵੀ ਇਹ ਸਭ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਆ, ਦੁੱਖਾਂ ਦੇ ਵਿੱਚ ਫਸਿਆ ਹੋਇਆ ਹੈ। ਤੇ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਵੀ ਜਦੋਂ ਮੈਂ ਥੋੜੀ ਜਿਹੀ ਮੈਨੂੰ ਸਮਝ ਆਈ ਵੀ ਇਸ ਸੰਸਾਰ ਤੋਂ ਥੋੜਾ ਜਿਹਾ ਉੱਪਰ ਉੱਠਿਆ, ਤੇ ਮੈਨੂੰ ਇਸ ਗੱਲ ਦੀ ਸਮਝ ਲੱਗੀ ਵੀ ਇਹ ਕੇਵਲ ਦੁਖੀ ਮੈਂ ਹੀ ਨਹੀਂ, ਤੇ ਇਹ ਤੇ ਹਰੇਕ ਘਰ ਦੇ ਅੰਦਰ ਇਹਦੀ ਅੱਗ ਬਲ ਰਹੀ ਆ। ਹਰੇਕ ਘਰ ਦੇ ਅੰਦਰ ਦੁਖੀ ਆ, ਵੀ ਹਰੇਕ ਘਰ ਦੇ ਅੰਦਰ ਮਨੁੱਖ ਦੁਖੀ ਨਹੀਂ। ਹੁਣ ਉਹ ਫਕੀਰ ਇਹ ਗੱਲ ਆਖਣ ਲੱਗਾ ਵੀ ਰੱਬਾ ਤੂੰ ਇਹ ਦੁੱਖ ਸਾਨੂੰ ਹੀ ਦੇਣਾ ਸੀ, ਅਸੀਂ ਤੇ ਤੇਰੀ ਭਗਤੀ ਕਰਨ ਵਾਲੇ, ਅਸੀਂ ਤੇਰਾ ਨਾਮ ਸਿਮਰਨ ਵਾਲੇ, ਜਪ ਤਪ ਕਰਨ ਵਾਲੇ। ਵੀ ਇੰਨੀ ਨੂੰ ਦੂਜਾ ਜਿਹੜਾ ਫਕੀਰ ਹੈ, ਵੀ ਦੂਜਾ ਵੀ ਫਕੀਰ ਹੀ ਆ ਗਿਆ। ਤੇ ਜਿਵੇਂ ਉਹ ਫਕੀਰ ਆਇਆ, ਵੀ ਆ ਕੇ ਵੇਖਿਆ ਵੀ ਪਹਿਲਾ ਫਕੀਰ ਬੜਾ ਦੁਖੀ ਹੋ ਕੇ ਬੈਠਾ ਪਿਆ, ਬੜਾ ਦੁਖੀ। ਵੀ ਆ ਕੇ ਪੁੱਛਣ ਲੱਗਾ ਵੀ ਭਾਈ ਕੀ ਗੱਲ ਹੋਈ ਹੈ, ਵੀ ਬੜਾ ਦੁਖੀ ਲੱਗਦਾ ਆ। ਤੇ ਅੱਗੋਂ ਆਖਣ ਲੱਗਾ ਵੀ ਹੋਣਾ ਕੀ ਸੀ, ਵੀ ਆ ਹਨੇਰੀ ਆਈ, ਵੀ ਹਨੇਰੀ ਨੇ ਵੇਖਤੇ ਸੀ ਵੀ ਆ ਸਾਡੇ ਜੋ ਝੋਪੜੀ ਦੀ ਛੱਤ ਆ, ਵੀ ਇਸ ਛੱਤ ਨੂੰ ਉਡਾ ਦਿੱਤਾ ਆ। ਵੀ ਅਸੀਂ ਤੇ ਰੱਬ ਦੀ ਭਗਤੀ ਕਰਨ ਵਾਲੇ, ਰੱਬ ਦਾ ਸਿਮਰਨ ਕਰਨ ਵਾਲੇ, ਪਰ ਇਹ ਦੁੱਖ ਸਭ ਰੱਬ ਨੇ ਸਾਨੂੰ ਦਿੱਤਾ। ਵੀ ਇਸ ਸੰਸਾਰ ਦੇ ਅੰਦਰ ਹੋਰ ਮਰ ਗਏ ਸਨ ਲੋਕ, ਹੋਰ ਇਸ ਨਗਰ ਦੇ ਅੰਦਰ ਹੋਰ ਝੋਪੜੀਆਂ ਨਹੀਂ ਸਨ, ਇਸ ਇਲਾਕੇ ਦੇ ਵਿੱਚ ਹੋਰ ਝੋਪੜੀਆਂ ਨਹੀਂ ਸਨ। ਜੇਕਰ ਚਾਹੁੰਦਾ ਤੇ ਹੋਰ ਕਿਸੇ ਦੀ ਝੋਪੜੀ ਉਡਾ ਦਿੰਦਾ, ਸਾਡੀ ਹੀ ਉਡਾਣੀ ਸੀ। ਤੇ ਦੂਜਾ ਫਕੀਰ ਜਿਵੇਂ ਗੱਲ ਨੂੰ ਸੋਚਦਾ, ਵੀ ਆਖਣ ਲੱਗਾ ਵੀ ਦੁੱਖ ਕਿਹੜੀ ਗੱਲ ਦਾ, ਰੋਸ ਕਿਹੜੀ ਗੱਲ ਦਾ। ਵੀ ਆਖਣ ਲੱਗਾ ਵੀ ਰੋਸ ਇਸ ਗੱਲ ਦਾ, ਵੀ ਮੰਨ ਲਾਇਆ ਵੀ ਆਪਾਂ ਜਪ ਕਰਦੇ ਹੋਈਏ, ਤਪ ਕਰਦੇ ਹੋਈਏ, ਵੀ ਰਾਤ ਨੂੰ ਮੀਂਹ ਆ ਜਾਵੇ, ਆਪਾਂ ਆਰਾਮ ਕਰਦੇ ਹੋਈਏ ਮੀਂਹ ਆ ਜਾਵੇ, ਤੇ ਉੱਤੋਂ ਤੇ ਇਹ ਛੱਤ ਵਗੇਗਾ, ਸਾਡਾ ਝੋਪੜੀ ਚ ਹੋਵੇਗੀ, ਤੇ ਅਸੀਂ ਕਿੱਥੇ ਬਹਿ ਕੇ ਜਪ ਕਰਾਂਗੇ।
ਉਹ ਆਖਣ ਲੱਗਾ ਭਾਈ ਤੂੰ ਉਸ ਰੱਬ ਦਾ ਧੰਨਵਾਦ ਕਰ, ਵੀ ਉਸ ਰੱਬ ਨੂੰ ਦਾ ਤੂੰ ਸ਼ੁਕਰਾਨਾ ਕਰ। ਉਹ ਆਖਣ ਲੱਗਾ ਵੀ ਕਿਸ ਗੱਲ ਦਾ ਸ਼ੁਕਰਾਨਾ, ਵੀ ਇੱਕ ਤੇ ਸਾਡਾ ਨੁਕਸਾਨ ਕੀਤਾ ਆ, ਵੀ ਫਿਰ ਵੀ ਤੂੰ ਆਖਦਾ ਵੀ ਰੱਬ ਦਾ ਸ਼ੁਕਰਾਨਾ ਕਰ। ਤੇ ਫਕੀਰ ਆਖਦਾ ਵੀ ਸ਼ੁਕਰਾਨਾ ਇਸ ਗੱਲ ਦਾ ਕਰ ਵੀ ਜੇਕਰ ਰੱਬ ਚਾਹੁੰਦਾ ਤੇ ਇਸ ਜਿਹੜੀ ਛੱਤ ਸੀ ਇਹ ਸਾਰੀ ਉਡਾ ਸਕਦਾ ਸੀ, ਵੀ ਅੱਧੀ ਤੇਰੀ ਛੱਤ ਉਡਾਈ ਆ, ਵੀ ਚਾਹੁੰਦਾ ਤੇ ਸਾਰੀ ਛੱਤ ਉਡਾ ਦਿੰਦਾ। ਵੀ ਸ਼ੁਕਰਾਨਾ ਤੂੰ ਇਸ ਗੱਲ ਦਾ ਕਰ ਵੀ ਜੇਕਰ ਕਿਤੇ ਕੋਈ ਮੀਂਹ ਆ ਵੀ ਜਾਂਦਾ ਆ, ਵੀ ਆਪਾਂ ਅੱਧੀ ਛੱਤ ਦੇ ਥੱਲੇ ਬਹਿ ਕੇ ਭਗਤੀ ਤੇ ਕਰ ਸਕਦੇ ਆ, ਵੀ ਅੱਧੀ ਛੱਤ ਦੇ ਥੱਲੇ ਸੋ ਤੇ ਸਕਦੇ ਆ, ਵੀ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਤੇ ਨਹੀਂ ਨਾ। ਵੀ ਆਖਣ ਲੱਗਾ ਵੀ ਗੱਲ ਤੇ ਤੇਰੀ ਵੀ ਠੀਕ ਹੈ, ਵੀ ਜੇਕਰ ਉਹ ਚਾਹੁੰਦਾ ਤੇ ਸਾਰੀ ਛੱਤ ਉਡਾ ਸਕਦਾ ਸੀ। ਮਨੁੱਖ ਕਸੂਰ ਦੂਸਰਿਆਂ ਦਾ ਕੱਢਦਾ ਆ, ਵੀ ਮਨੁੱਖ ਦੁਖੀ ਹੁੰਦਾ ਹੈ ਆਪਣੇ ਕਰਕੇ। ਜੇਕਰ ਕੋਈ ਮਨੁੱਖ ਸੁਖੀ ਰਹਿਣਾ ਚਾਹੁੰਦਾ ਆ, ਵੀ ਦੂਸਰਾ ਬੰਦਾ ਭਾਵੇਂ ਜਿੰਨਾ ਮਰਜ਼ੀ ਯਤਨ ਕਰਦਾ ਰਵੇ, ਇਹ ਜਗਤ ਜਿੰਨਾ ਮਰਜ਼ੀ ਯਤਨ ਕਰਦਾ ਰਵੇ, ਮਨੁੱਖ ਕਦੇ ਵੀ ਦੁਖੀ ਨਹੀਂ ਹੋ ਸਕਦਾ। ਕਿਉਂ? ਉਹਨੇ ਧਾਰ ਲਿਆ ਮਨ ਦੇ ਅੰਦਰ, ਇਹ ਸੋਚ ਲਿਆ ਵੀ ਸੁਖੀ ਰਹਿਣਾ ਆ। ਇਤਿਹਾਸ ਇਸ ਗੱਲ ਦਾ ਗਵਾਹ ਭਰਦਾ, ਗਵਾਹੀ ਭਰਦਾ ਹੈ, ਕਿਵੇਂ ਸ਼ਹੀਦੀਆਂ ਹੋਈਆਂ, ਸ਼ਹਾਦਤਾਂ ਹੋਈਆਂ, ਬੜੇ ਯਤਨ ਕੀਤੇ ਗਏ, ਬੜੇ ਢੰਗ ਤਰੀਕੇ ਅਪਣਾਏ ਗਏ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਖੀ ਕੀਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਇਤਿਹਾਸ ਸਾਰਾ ਭਰਿਆ ਹੀ ਦੁੱਖਾਂ ਦੇ ਨਾਲ ਪਿਆ। ਅਸੀਂ ਆਖਦੇ ਹਾਂ ਵੀ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਨੇ, ਪਰ ਪਿਆਰ ਵਾਲਿਓ ਵੀ ਉਹਨਾਂ ਦੇ ਜੀਵਨ ਨੂੰ ਝਾਤ ਮਾਰ ਕੇ ਵੇਖੋ, ਵੀ ਸਾਰਾ ਜਿਹੜਾ ਜੀਵਨ ਆ ਭਰਿਆ ਹੀ ਦੁੱਖਾਂ ਦੇ ਨਾਲ ਪਿਆ। ਇੱਕ ਵੀ ਜ਼ਿੰਦਗੀ ਦੇ 41 ਸਾਲ ਦੀ ਉਮਰ ਹੈ, 41 ਸਾਲ ਸਤਿਗੁਰਾਂ ਦੀ ਕੁੱਲ ਜਿਹੜੀ ਆਯੂ ਹੋਵੇ 41 ਸਾਲ ਦੀ। 41 ਸਾਲ ਦੇ ਅੰਦਰ 9 ਸਾਲ ਦੀ ਉਮਰ ਦੇ ਅੰਦਰ ਪਿਤਾ ਦਾ ਸਿਰ ਤੋਂ ਸਾਇਆ ਉੱਠਣਾ, ਗੁਰਿਆਈ ਦੀ ਜ਼ਿੰਮੇਵਾਰੀ, ਗੁਰਿਆਈ ਦੀ ਜ਼ਿੰਮੇ ਤੋਂ ਬਾਅਦ ਵੀ ਜ਼ਿੰਦਗੀ ਦੇ ਅੰਦਰ ਕੁਝ ਤੇ ਇਤਿਹਾਸਕਾਰਾਂ ਲਿਖਿਆ ਵੀ 14 ਜੰਗਾਂ, ਕਈ ਇਤਿਹਾਸਕਾਰਾਂ ਨੇ 16 ਜੰਗਾਂ ਦਾ ਵੀ ਵਰਣਨ ਕੀਤਾ, ਵੀ 16 ਜੰਗਾਂ ਦਾ ਲੜਨਾ ਤੇ 16 ਜੰਗਾਂ ਦੇ ਅੰਦਰ ਜਿੱਤ ਵੀ ਪ੍ਰਾਪਤ ਕਰਨੀ, ਤੇ ਆਲੇ ਦੁਆਲੇ ਸਿੱਖੀ ਦਾ ਪ੍ਰਚਾਰ ਵੀ ਕਰਨਾ, ਖਾਲਸਾ ਪੰਥ ਵੀ ਸਾਜਣਾ। ਤੇ ਇੱਥੋਂ ਤੱਕ ਵੀ ਜੇਕਰ ਬੜੇ ਲੋਕਾਂ ਨੇ ਯਤਨ ਕੀਤੇ ਕਿ ਪਹਾੜੀ ਰਾਜਿਆਂ ਦੇ ਵੱਲੋਂ ਬੜਾ ਯਤਨ ਕੀਤਾ ਗਿਆ, ਵੀ 7 ਮਹੀਨੇ ਆਨੰਦਪੁਰ ਨੂੰ ਘੇਰਾ ਪਾ ਕੇ ਰੱਖਿਆ ਗਿਆ, 7 ਮਹੀਨੇ ਬੜੇ ਯਤਨ ਹੋਏ ਵੀ ਦੁਖੀ ਕੀਤਾ ਜਾਵੇ। ਕਿਉਂ? ਉਹਨਾਂ ਨੇ ਮਨ ਦੇ ਅੰਦਰ ਇਹ ਧਾਰ ਲਿਆ ਸੀ, ਮਨ ਦੇ ਅੰਦਰ ਇਹ ਸੋਚ ਲਿਆ ਸੀ ਵੀ ਦੁਖੀ ਨਹੀਂ ਹੋਣਾ, ਵੀ ਸਿਰ ਦੇ ਉੱਤੋਂ ਵੀ ਪਿਤਾ ਦਾ ਸਾਇਆ ਉੱਠ ਜਾਣਾ ਕੋਈ ਛੋਟੀ ਗੱਲ ਆ, ਵੀ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਬੱਚੇ ਦੇ ਲਈ। ਤੇ ਉਹਦੇ ਤੋਂ ਬਾਅਦ ਵੀ ਘੇਰਾ ਪੈਣਾ, ਬੰਦਾ ਭੁੱਖ ਨੂੰ ਸਭ ਤੋਂ ਵੱਡਾ ਦੁੱਖ ਮੰਗਦਾ ਨਾ। ਭੁੱਖ ਲੱਗੀ ਹੋਵੇ, ਮਨੁੱਖ ਆਖਦਾ ਵੀ ਭਾਈ ਕੁਝ ਵੀ ਮਿਲ ਜਾਵੇ, ਕੁਝ ਵੀ ਰੁੱਕਾ ਸੁੱਕਾ ਕੁਝ ਵੀ ਮਿਲ ਜਾਵੇ, ਬਸ ਮੇਰੀ ਭੁੱਖ ਮਿਟ ਜਾਵੇ। 7 ਮਹੀਨੇ ਘੇਰਾ, ਤੇ ਉਹਦੇ ਤੋਂ ਬਾਅਦ ਹੋਰ ਵੇਖੋ ਵੀ ਘੇਰਾਬੰਦੀ ਤੋਂ ਬਾਅਦ ਵੀ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਿਣ ਦੇਣਾ, ਵੱਡਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ ਦੇ ਵਿੱਚ। ਵੀ ਅੱਜ ਜੇਕਰ ਬੱਚੇ ਨੂੰ ਨਿੱਕੀ ਜੀ ਕੋਈ ਸੱਟ ਵੀ ਵੱਜ ਜਾਂਦੀ ਹੈ, ਨਿੱਕੀ ਜੀ ਕੋਈ ਉਂਝ ਵੀ ਸੱਟ ਵੱਜ ਜਾਵੇ, ਕੋਈ ਕੰਡਾ ਵੀ ਵੱਜ ਜਾਵੇ, ਮਾਤਾ ਪਿਤਾ ਦੇ ਸਿਰ ਦੀ ਬਣ ਜਾਂਦੀ ਹੈ। ਦੁਖੀ ਹੁੰਦੇ ਨੇ ਵੀ ਇਹ ਕੀ ਹੋਇਆ, ਵੀ ਸੱਟ ਕਿਵੇਂ ਵੱਜੀ ਆ, ਵੀ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਤੋਰਨਾ, ਵੀ ਇਹਦੇ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ। 2 ਦਾ ਸ਼ਹੀਦ ਹੋ ਜਾਣਾ, 2 ਦੇ ਬਾਰੇ ਇਹ ਨਹੀਂ ਪਤਾ, ਵੀ ਇਹ ਜਾਣਕਾਰੀ ਨਹੀਂ ਵੀ 2 ਪੁੱਤਰ ਮੇਰੇ ਕਿੱਥੇ ਨੇ, ਮੇਰੀ ਮਾਤਾ ਕਿੱਥੇ ਆ, ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਫਿਰ ਵੀ ਖੇੜੇ ਦੇ ਵਿੱਚ ਰਹਿਣਾ। ਵੀ ਇਹਦੇ ਤੋਂ ਵੱਡਾ ਫਿਰ ਦੁੱਖ ਕੀ ਹੋ ਸਕਦਾ ਆ। ਮਨੁੱਖ ਸੋਚਦਾ ਹੈ ਨਾ ਵੀ ਮੇਰੀ ਜ਼ਿੰਦਗੀ ਦੇ ਅੰਦਰ ਦੁੱਖ, ਇਹ ਸਾਡੇ ਤੇ ਦੁੱਖ ਕੇਵਲ ਨਿੱਕੇ ਨਿੱਕੇ ਨੇ, ਨਿੱਕੇ ਨਿੱਕੇ ਕਿਨਕਾ ਮਾਤਰ ਵੀ ਨਹੀਂ, ਤਿਲ ਮਾਤਰ ਵੀ ਨਹੀਂ ਉਹਨਾਂ ਦੇ ਵਰਤਾਏ। ਜੇਕਰ ਉਹਨਾਂ ਦੇ ਜੀਵਨ ਵੱਲ ਝਾਤ ਮਾਰ ਕੇ ਵੇਖੀਏ ਤੇ ਇਹ ਜਿਹੜਾ ਦੁੱਖ ਨਿੱਕਾ ਜਿਹਾ, ਕੁਝ ਜ਼ਿਆਦਾ ਨਹੀਂ, ਇਹ ਦੁੱਖ ਕੇਵਲ ਤਿਲ ਮਾਤਰ। ਮਨੁੱਖ ਇਹਨਾਂ ਦੇ ਅੰਦਰ ਹੀ ਘਬਰਾਉਂਦਾ ਫਿਰਦਾ, ਇਹਨਾਂ ਦੇ ਅੰਦਰ ਹੀ ਦੁਖੀ ਹੁੰਦਾ ਫਿਰਦਾ ਆ।
ਪਰ ਗੁਰੂ ਦੇ ਵਿਚਾਰ, ਗੁਰੂ ਦੀ ਗੁਰਬਾਣੀ ਸਾਨੂੰ ਇੰਨਾ ਦ੍ਰਿੜ ਕਰ ਦਿੰਦੀ ਹੈ, ਇੰਨਾ ਪੱਕਾ ਕਰ ਦਿੰਦੀ ਹੈ ਵੀ ਇਹ ਮਨ ਫਿਰ ਕਦੇ ਡੋਲਦਾ ਨਹੀਂ। ਇਹ ਮਨ ਸਦਾ ਟਿਕਿਆ ਰਹਿੰਦਾ ਆ। ਇਹ ਮਨ ਦੇ ਅੰਦਰ ਕਦੇ ਫਿਰ ਇਹ ਮਨ ਦੁਖੀ ਨਹੀਂ ਹੁੰਦਾ, ਇਹ ਡੋਲਦਾ ਨਹੀਂ। ਜਿਵੇਂ ਤਨ ਨੂੰ ਪੱਕਾ ਕਰਨ ਦੇ ਲਈ ਵੀ ਸੰਸਾਰ ਦੇ ਅੰਦਰ ਵੀ ਜਿਮ ਬਣੀਆਂ ਹੋਈਆਂ ਨੇ, ਜਿਮ ਮਨੁੱਖ ਕਸਰਤਾਂ ਕਰਦਾ ਆ ਵੀ ਮੇਰਾ ਸਰੀਰ ਪੱਕਾ ਹੋਵੇ, ਸਰੀਰ ਪੱਕਾ, ਸਰੀਰ ਬਲੀ ਬਣੇ। ਤੇ ਇਹਦੇ ਨਾਲ ਨਾਲ ਜੇਕਰ ਮਨ ਬਲਵਾਨ ਦੇ ਲਈ ਜਿਹੜਾ ਅਸਲ ਦੇ ਵਿੱਚ ਵੀ ਜਿਮ ਹੈ, ਉਹ ਹੈ ਗੁਰੂ ਦੀ ਬਾਣੀ, ਗੁਰੂ ਦਾ ਵਿਚਾਰ। ਹਾਂ, ਇਹ ਗੱਲ ਜ਼ਰੂਰੀ ਹੈ ਵੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਜਿੰਨੇ ਦੁੱਖ ਆਉਣਗੇ ਵੀ ਉਹਨਾਂ ਦੁੱਖਾਂ ਦੇ ਨਾਲ ਮਨੁੱਖ ਓਨਾ ਹੀ ਪੱਕਾ ਹੁੰਦਾ ਆ। ਮਨੁੱਖ ਆਖਦੇ ਨਾ ਕਈ ਵਾਰੀ ਪਰਿਵਾਰ ਦੇ ਵਿੱਚ ਵੀ ਬਜ਼ੁਰਗਾਂ ਨੇ ਕਹਿਣਾ ਕਰਨਾ ਵੀ ਭਾਈ ਵੀ ਜੇਕਰ ਤੁਸੀਂ ਕੋਈ ਕੰਮ ਕਰਦੇ ਹੋ ਨਾ ਵੀ ਉਹਦੇ ਵਿੱਚ ਜਿੱਤਦੇ ਨਹੀਂ, ਹਾਰ ਜਾਂਦੇ, ਤਜਰਬਾ ਤੇ ਮਿਲ ਜਾਂਦਾ ਤੁਹਾਨੂੰ, ਵੀ ਤੁਹਾਨੂੰ ਤਰੀਕਾ ਤੇ ਪਤਾ ਲੱਗ ਜਾਂਦਾ, ਵੀ ਢੰਗ ਤੇ ਪਤਾ ਲੱਗ ਜਾਂਦਾ ਵੀ ਇਸ ਕੰਮ ਨੂੰ ਇਸੇ ਪ੍ਰਕਾਰ ਕਰਨਾ, ਇਦਾਂ ਕਰਨਾ ਹੈ। ਵੀ ਐਵੇਂ ਵੀ ਜੇਕਰ ਮਨੁੱਖ ਦੀ ਜ਼ਿੰਦਗੀ ਅੰਦਰ ਕੋਈ ਦੁੱਖ ਹੁੰਦਾ ਆ ਵੀ ਮਨੁੱਖ ਉਹਦਾ ਡਟ ਕੇ ਮੁਕਾਬਲਾ ਕਰਦਾ, ਵੀ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਦੁੱਖ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ, ਇਹਦਾ ਸਾਹਮਣਾ ਕਿਵੇਂ ਕਰਨਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਭਾਈ ਦੁੱਖ ਬਿਨਸੇ ਸੁਖ ਕੀਆ ਨਿਵਾਸਾ, ਤ੍ਰਿਸ਼ਨਾ ਜਲਨ ਬੁਝਾਈ। ਵੀ ਹੁਣ ਹਿਰਦੇ ਦੇ ਅੰਦਰੋਂ ਵੀ ਇਹ ਦੁੱਖ ਨੇ, ਜਿਹੜੇ ਦੁੱਖਾਂ ਦਾ ਨਾਸ਼ ਹੋ ਗਿਆ। ਸੁਖ ਕੀਆ ਨਿਵਾਸਾ, ਵੀ ਸੁੱਖਾਂ ਨੇ ਹੁਣ ਘਰ ਦੇ ਵਿੱਚ ਨਿਵਾਸ ਕਰ ਲਿਆ। ਤੇ ਤ੍ਰਿਸ਼ਨਾ ਜਲਨ ਬੁਝਾਈ, ਵੀ ਤ੍ਰਿਸ਼ਨਾ ਦੀ ਜਿਹੜੀ ਅੱਗ ਬਲ ਰਹੀ ਸੀ ਵੀ ਇਹਦੀ ਜਿਹੜੀ ਜਲਨ ਬੁਝ ਗਈ ਹੈ। ਕਿਉਂ? ਨਾਮ ਨਿਧਾਨ ਸਤਿਗੁਰ ਦ੍ਰਿੜਾਇਆ, ਬਿਨਸ ਨਾ ਆਵੇ ਜਾਈ। ਜਦੋਂ ਤੋਂ ਗੁਰੂ ਦੀ ਕਿਰਪਾ ਹੋਈ, ਗੁਰੂ ਦੀ ਰਹਿਮਤ ਹੋਈ, ਗੁਰੂ ਨੇ ਜੋ ਸੁੱਖਾਂ ਦਾ ਖਜ਼ਾਨਾ ਸੀ ਉਹ ਹਰੀ ਰੂਪੀ ਨਾਮ ਨੂੰ ਦ੍ਰਿੜਾ ਦਿੱਤਾ, ਮੇਰੇ ਹਿਰਦੇ ਦੇ ਅੰਦਰ ਪੱਕਾ ਕਰ ਦਿੱਤਾ ਕਿ ਕੀ ਹੋਇਆ, ਬਿਨਸ ਨਾ ਆਵੇ ਜਾਈ। ਵੀ ਉਹਦੇ ਤੋਂ ਬਾਅਦ ਫਿਰ ਮਨੁੱਖ ਇਹ ਜਨਮ ਮਰਨ ਦਾ ਜਿਹੜਾ ਗੇੜ ਆ ਵੀ ਇਹਦੇ ਵਿੱਚ ਨਹੀਂ ਪੈਂਦਾ, ਦੁਖੀ ਨਹੀਂ ਹੁੰਦਾ। ਹਰ ਜਪ ਮਾਇਆ ਬੰਧਨ ਟੁੱਟੇ, ਹਰੀ ਦਾ ਨਾਮ ਜਪ ਕੇ, ਹਰੀ ਦਾ ਨਾਮ ਸਿਮਰਨ ਕੇ ਇਹ ਮਾਇਆ ਦੇ ਜਿਹੜੇ ਬੰਧਨ ਨੇ ਉਹ ਟੁੱਟ ਗਏ, ਖਤਮ ਹੋ ਗਏ। ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੁਟੇ। ਜਦੋਂ ਉਸ ਗੁਰੂ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ, ਤੇ ਫਿਰ ਮਨੁੱਖ ਸਾਧ ਸੰਗਤ ਦੇ ਅੰਦਰ ਬੈਠ ਕੇ ਵੀ ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾ ਲੈਂਦਾ, ਵੀ ਸਮਝ ਆ ਜਾਂਦੀ ਹੈ। ਆਠ ਪੈਰ ਹਰ ਕੇ ਗੁਣ ਗਾਵੇ, ਪ੍ਰੇਮ ਭਗਤ ਰਸ ਮਾਤਾ। ਫਿਰ ਉਹਦੇ ਤੋਂ ਬਾਅਦ ਫਿਰ ਮਨੁੱਖ ਅੱਠੇ ਪੈਰ ਪ੍ਰੇਮ ਰਸ ਦੇ ਵਿੱਚ ਮਤਾ ਹੋਇਆ, ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਪਰਮਾਤਮਾ ਦੀ ਭਗਤੀ ਕਰਦਾ ਆ। ਹਰਕ ਸੋਗ ਦੋਹੂ ਮਹਿ ਨਿਰਾਲਾ, ਕਰਨਾ ਹਰ ਪਛਾਤਾ। ਫਿਰ ਉਹਨੂੰ ਨਾ ਤੇ ਖੁਸ਼ੀ ਤੇ ਨਾ ਕੋਈ ਗਮ, ਨਾ ਦੁੱਖ ਤੇ ਨਾ ਕੋਈ ਸੁੱਖ ਉਹਨੂੰ ਹੋ ਸਕਦਾ ਆ, ਉਹਨੂੰ ਤੰਗ ਕਰਦਾ ਆ। ਕਿਉਂ? ਕਰਨਾ ਹਾਰ ਪਛਾਤਾ, ਵੀ ਉਸਨੇ ਉਸ ਪਰਮਾਤਮਾ ਦੀ ਪਹਿਚਾਨ ਕਰ ਲਈ, ਉਹਦੇ ਨਾਲ ਸਾਂਝ ਪਾ ਲਈ, ਉਹਦੇ ਨਾਲ ਡੂੰਘੀ ਸਾਂਝ ਪੈ ਗਈ ਹੈ। ਤੇ ਜਿਸ ਕਾ ਸਾਥ ਨਹੀਂ ਰੱਖ ਲਿਆ, ਸਗਲ ਜੁਗਤ ਬਣੀ ਆਈ। ਕਹਿੰਦੇ ਹੁਣ ਗੁਰੂ ਨੇ ਇੰਨੀ ਰਹਿਮਤ ਕਰ ਦਿੱਤੀ, ਇੰਨੀ ਬਖਸ਼ਿਸ਼ ਕਰ ਦਿੱਤੀ ਵੀ ਮੈਨੂੰ ਹੁਣ ਆਪਣਾ ਬਣਾ ਲਿਆ, ਤੇ ਉਹਦੇ ਨਾਲ ਮੈਨੂੰ ਇਸ ਜੀਵਨ ਨੂੰ ਜਿਉਣ ਦਾ, ਇਸ ਢੰਗ ਦਾ ਪਤਾ ਲੱਗ ਗਿਆ ਜੀਵਨ ਨੂੰ ਕਿਵੇਂ ਜਿਉਣਾ ਆ। ਤੇ ਕਹੋ ਨਾਨਕ ਪ੍ਰਭ ਪੁਰਖ ਦਿਆਲਾ, ਕੀਮਤ ਕਹਿ ਨਾ ਜਾਈ। ਕਿ ਪਾਤਸ਼ਾਹ ਜੀ ਕਿਰਪਾ ਕਰਦੇ, ਪੰਜਵੇਂ ਪਾਤਸ਼ਾਹ ਜੀ, ਵੀ ਉਹ ਪਰਮਾਤਮਾ ਇੰਨਾ ਦਿਆਲੂ ਹੈ, ਵੀ ਇੰਨਾ ਕਿਰਪਾਲੂ ਹੈ, ਵੀ ਉਸ ਦੀ ਦਿਆਲਤਾ ਦੇ ਬਾਰੇ ਵੀ ਜਿਹੜੀ ਕੀਮਤ ਨਹੀਂ ਪਾਈ ਜਾ ਸਕਦੀ, ਦੱਸਿਆ ਨਹੀਂ ਜਾ ਸਕਦਾ ਵੀ ਉਹ ਪਰਮਾਤਮਾ ਕਿੰਨਾ ਕੁ ਦਿਆਲੂ ਹੈ, ਕਿੰਨੀ ਕੁ ਰਹਿਮਤ ਕਰਨ ਵਾਲਾ ਹੈ, ਵੀ ਕਿੰਨਿਆਂ ਤੇ ਬਖਸ਼ਿਸ਼ ਕਰਦਾ। ਸੋ ਪਿਆਰ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪਾਂ ਵੀ ਗੁਰੂ ਦੇ ਲੜ ਲੱਗੀਏ, ਗੁਰੂ ਵਾਲੇ ਬਣੀਏ, ਗੁਰੂ ਦੀ ਸਮਝ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰੀਏ। ਸੋ ਵਿਚਾਰਾਂ ਦੀ ਸਮਾਪਤੀ, ਸਮਾਂ ਸਮਾਪਤ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।